ਤੁਸੀਂ ਸੁਣ ਰਹੇ ਹੋ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਬਾਬਾ ਆਲਾ ਸਿੰਘ ਭਾਗ 9ਵਾਂ ਰਾਜ਼ਗੀ ਦੀ ਪਕਿਆਈ। ਪੰਜਾਬ ਵਿੱਚ ਮਰਹੱਟੇ ਆਰੰਭ ਸੰਪਤ 1815 ਬਿਕਰਮੀ ਵਿੱਚ ਆਏ ਸਨ ਅਤੇ ਅਟਕ ਤੀਕ ਇਲਾਕਾ ਸਰ ਕਰਕੇ ਅਦੀਨਾ ਬੇਗ ਨੂੰ ਲਾਹੌਰ ਦਾ ਸੂਬਾ ਬਣਾ ਗਏ ਸਨ। ਮਰਹੱਟਿਆਂ ਦੀ ਜਾਨ ਦੀ ਹੀ ਢਿੱਲ ਸੀ ਕਿ ਕੁਤਬ ਸ਼ਾਹ ਰੋਹੇਲਾ ਜੋ ਫਿਰਦਾ ਫਿਰੌਂਦਾ ਪੰਜਾਬ ਵੱਲ ਗਿਆ ਸੀ ਅਤੇ ਨਵਾਬ ਜਮਾਲ ਖਾਂ ਮਲੇਰੀਆ ਆਕੀ ਹੋ ਬੈਠਾ ਅਤੇ ਬਹੁਤ ਸਾਰੀ ਸੈਨਾ ਇਕੱਠੀ ਕਰਕੇ ਫਿਲੌਰ ਗਿਰਦੇ ਅਦੀਨਾ ਬੇਗ ਨਾਲ ਜਾ ਮੱਥਾ ਲਾਇਆ। ਅਦੀਨਾ ਬੇਗ ਪਾਸ ਥੋੜੀ ਫੌਜ ਸੀ ਅਤੇ ਵੈਰੀਆਂ ਪਾਸ ਬਹੁਤੀ। ਇਸ ਲਈ ਲੜਾਈ ਵਿੱਚ ਅਦੀਨਾ ਬੇਗ ਦਾ ਬੜਾ ਨੁਕਸਾਨ ਹੋਇਆ ਤੇ ਇਸ ਦੇ ਸਿਪਾਹੀ ਹੌਲੀ-ਹੌਲੀ ਖਿਸਕਣ ਲੱਗ ਪਏ। ਸੰਯੋਗ ਐਸਾ ਹੋਇਆ ਕਿ ਨਵਾਬ ਜਮਾਲ ਖਾਂ ਦਾ ਹਾਥੀ ਅਦੀਨਾ ਬੇਗ ਦੇ ਹਾਥੀ ਪਾਸ ਆ ਗਿਆ ਅਤੇ ਇਸ ਦੇ ਮੁਹਾਵਤ ਮੁਹੰਮਦ ਤੌਫੀਕ ਦੀ ਗੋਲੀ ਲੱਗਣ ਕਰਕੇ ਨਵਾਬ ਜਮਾਲ ਖਾਂ ਮਾਰਿਆ ਗਿਆ, ਜਿਸ ਕਰਕੇ ਅਦੀਨਾ ਬੇਗ ਦੀ ਜਿੱਤ ਹੋ ਗਈ ਅਤੇ ਦੇਸ਼ ਵਿੱਚ ਇਸ ਦਾ ਐਸਾ ਧਵਾਂ ਬੈਠਾ ਕਿ ਮੁੜ ਕਿਸੇ ਨੇ ਸਿਰ ਨਾ ਚੁੱਕਿਆ। ਪਰ ਖਾਲਸਾ ਦਲ ਇਸ ਦੇ ਵੱਸ ਨਾ ਹੋਇਆ ਤੇ ਭਾਵੇਂ ਕਈ ਵਾਰ ਇਸ ਨੇ ਫੌਜਾਂ ਘੱਲੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਕੈਦੀ ਫੜੇ, ਪਰ ਲਾਹੌਰ ਗਿਰਦੇ ਅਮਨ ਅਮਾਨ ਨਾ ਹੋ ਸਕਿਆ। ਅੰਤ ਨੂੰ ਇਹ ਆਪ ਚੜ੍ਹੇ ਅੱਸੂ ਸੰਪਤ 1915 ਬਿਕਰਮੀ ਨੂੰ ਗੁਜ਼ਰ ਗਿਆ। ਅਦੀਨਾ ਬੇਗ ਦੇ ਗੁਜ਼ਰਨ ਨਾਲ ਲਾਹੌਰ ਦੀ ਸੂਬੇਦਾਰੀ ਸ਼ਿਆਮਾ ਜੀ ਮਰਹੱਟੇ ਨੂੰ ਦਿੱਤੀ ਗਈ। ਦੁਆਬੇ ਦੀ ਹਕੂਮਤ ਅਦੀਨਾ ਬੇਗ ਦੀ ਵਿਧਵਾ ਅਤੇ ਸਰਹੰਦ ਦੀ ਹਕੂਮਤ ਅਦੀਨਾ ਬੇਗ ਦੇ ਸਰਕਰਦੇ ਸਦੀਕ ਬੇਗ ਹੀ ਰਹੀ। ਸਦੀਕ ਬੇਗ ਮੁੱਢ ਤੋਂ ਹੀ ਖਾਲਸਾ ਦਲ ਨੂੰ ਜਾਣਦਾ ਸੀ, ਇਸ ਲਈ ਉਸਨੇ ਸਰਹੰਦ ਆਉਂਦਿਆਂ ਹੀ ਦਲ ਨਾਲ ਸਮਝੌਤਾ ਕਰ ਲਿਆ ਸੀ ਕਿ ਇਤਨੀ ਰਕਮ ਹਰ ਛਮਾਈ ਪੇਸ਼ਗੀ ਲੈ ਲਿਆ ਕਰੋ ਤੇ ਮੇਰੇ ਇਲਾਕੇ ਵਿੱਚੋਂ ਉਗਰਾਈ ਨਾ ਕਰਿਆ ਕਰੋ। ਦਲ ਨੇ ਇਹ ਗੱਲ ਮੰਨ ਲਈ ਸੀ ਤੇ ਸਦੀਕ ਬੇਗ ਨੇ ਪਹਿਲੀ ਛਮਾਈ ਦੀ ਕਿਸ਼ਤ ਕਲਵਾ ਦਿੱਤੀ ਸੀ। ਜਦ ਹੋਲੇ ਦਾ ਸਮਾਂ ਲਾਗੇ ਆਇਆ ਤਾਂ ਅਨੰਦਪੁਰ ਸਾਹਿਬ ਨੂੰ ਜਾਣ ਲਈ 20,000 ਖਾਲਸਾ ਰਾਏਪੁਰ ਗੁੱਜਰਵਾਲ ਇਕੱਠਾ ਹੋ ਗਿਆ ਤੇ ਸਰਦਾਰ ਤਾਰਾ ਸਿੰਘ ਇਹਨਾਂ ਦਾ ਮੋਹਰੇ ਵਾਲ ਬਣਿਆ ਕਿ ਅਗਲੀ ਛਮਾਈ ਦਾ ਨਜ਼ਰਾਨਾ ਲੈ ਆਉਣ। ਪਰ ਸਦੀਕ ਬੇਗ ਨੇ ਵਕੀਲਾਂ ਨੂੰ ਖਾਲੀ ਹੱਥ ਹੀ ਮੋੜ ਦਿੱਤਾ। ਖਾਲਸਾ ਸਰਹੰਦ ਦੇ ਪਾਸ ਦੀ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਸੀ ਕਿ ਸਦੀਕ ਬੇਗ ਦੀ ਕਹੀ ਖਾਲਸੇ ਦੀ ਨਜ਼ਰ ਪੈ ਗਈ। ਕਹੀ ਵਾਲਿਆਂ ਨੇ ਜਦ ਖਾਲਸੇ ਨੂੰ ਵੇਖਿਆ ਤਾਂ ਉਸੇ ਵੇਲੇ ਸਰਹੰਦ ਨੂੰ ਨੱਠੇ, ਪਰ ਖਾਲਸਾ ਕਦ ਜਾਣ ਦਿੰਦਾ ਸੀ। ਬਾਜ ਵਾਂਗ ਟੁੱਟ ਕੇ ਪਏ ਤੇ ਕਹੀ ਲੁੱਟ ਕੇ ਅਨੰਦਪੁਰ ਸਾਹਿਬ ਜਾ ਹੋਲਾ ਖੇਡਿਆ। ਸਦੀਕ ਬੇਗ ਨੇ ਜਦ ਕਹੀ ਦਾ ਲੁੱਟੇ ਜਾਣਾ ਸੁਣਿਆ ਤਾਂ ਉਸੇ ਵੇਲੇ ਫੌਜ ਤਿਆਰ ਕਰਕੇ ਅਨੰਦਪੁਰ ਸਾਹਿਬ ਸਿੰਘਾਂ ਉੱਤੇ ਜਾ ਪਿਆ। ਸਦੀਕ ਬੇਗ ਵੀ ਅਦੀਨਾ ਬੇਗ ਦਾ ਸਰਕਰਦਾ ਸੀ ਅਤੇ ਆਪਣੇ ਮਾਲਕ ਦੇ ਸਮੇਂ ਤੋਂ ਸਿੰਘਾਂ ਦੀਆਂ ਸਭ ਆਦਤਾਂ ਤੋਂ ਜਾਣੂ ਸੀ। ਉਸਨੂੰ ਪਤਾ ਸੀ ਕਿ ਖਾਲਸਾ ਤਾਂ ਹੋਲੇ ਦੇ ਕਾਰਨ ਖਿੰਡਿਆ ਹੋਇਆ ਹੋਵੇਗਾ ਤੇ ਮੇਰੀ ਫੌਜ ਇੱਕ ਥਾਂ ਹੋਵੇਗੀ, ਇਸ ਲਈ ਕਹੀ ਲੁੱਟਣ ਦਾ ਬਦਲਾ ਸੱਜਰਾ ਹੀ ਲੈ ਲਵਾਂਗਾ। ਇਸ ਵੇਲੇ 5 ਮਿਸਲਾਂ ਦੇ ਸਰਦਾਰ ਅਨੰਦਪੁਰ ਸਾਹਿਬ ਆਏ ਹੋਏ ਸਨ ਅਤੇ ਬਾਕੀ 5 ਮਿਸਲਾਂ ਮਾਝੇ ਵੱਲ ਸਨ। ਜਦ ਸਦੀਕ ਬੇਗ ਪਿਆ ਤਾਂ ਸਭ ਖਾਲਸਾ ਇੱਧਰ ਉੱਧਰ ਖਿੰਡਿਆ ਹੋਇਆ ਸੀ। ਇਸਨੇ ਜਾਂਦਿਆਂ ਹੀ ਵਾੜਾਂ ਮਾਰਨੀਆਂ ਆਰੰਭ ਦਿੱਤੀਆਂ ਅਤੇ ਸਿੰਘਾਂ ਨੂੰ ਹਰ ਪਾਸਿਓਂ ਦਬਾਉਣ ਲੱਗਾ। ਮਿਸਲਾਂ ਦੇ ਸਰਦਾਰਾਂ ਨੇ ਟਾਕਰੇ ਦਾ ਬਥੇਰਾ ਯਤਨ ਕੀਤਾ, ਪਰ ਆਦਮੀ ਥੋੜੇ ਹੋਣ ਦੇ ਕਾਰਨ ਬਦੋ-ਬਦੀ ਧੱਕੀ ਦੇ ਹੀ ਗਏ। 2 ਕੋਹਾਂ ਤੀਕ ਸਦੀਕ ਬੇਗ ਧੱਕੀ ਗਿਆ ਤੇ ਖਾਲਸੇ ਦਾ ਬੜਾ ਨੁਕਸਾਨ ਕੀਤਾ। ਅੰਤ ਸਰਦਾਰਾਂ ਨੂੰ ਜੋਸ਼ ਆ ਗਿਆ ਤੇ ਖੜੋ ਕੇ ਐਸਾ ਟਾਕਰਾ ਕੀਤਾ ਕਿ ਸਦੀਕ ਬੇਗ ਦਾ ਵਧਣਾ ਬੰਦ ਹੋ ਗਿਆ। ਸਦੀਕ ਬੇਗ ਦਾ ਜੋ ਮਨੋਰਥ ਸੀ ਉਹ ਪੂਰਾ ਹੋ ਚੁੱਕਾ ਸੀ, ਇਸ ਲਈ ਉਹ ਖਾਲਸਾ ਜੀ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਮੁੜ ਪਿਆ ਅਤੇ ਸੱਜਰਾ ਬਦਲਾ ਲੈ ਕੇ ਸਰਹੰਦ ਆ ਗਿਆ। ਇਸ ਲੜਾਈ ਵਿੱਚ ਸਰਦਾਰ ਜੱਸਾ ਸਿੰਘ ਆਲੋਵਾਲੀਆ ਦੇ 2 ਕਾਰੀ ਫੱਟ ਲੱਗੇ ਸਨ, ਜਿਸ ਕਰਕੇ ਹੋਲੇ ਤੋਂ ਮਗਰੋਂ ਡਰੌਲੀ ਜਾ ਕੇ ਆਪ ਦਵਾ ਦਾਰੂ ਕਰਵਾਉਣ ਲੱਗ ਪਏ। ਦਲ ਦਾ ਕੋਈ ਹੀ ਸਰਦਾਰ ਹੋਊ ਜਿਸ ਦੇ 2-2 4-4 ਫੱਟ ਨਾ ਲੱਗੇ ਹੋਣ। ਸਾਰਾ ਦਲ ਡਰੌਲੀ ਹੀ ਸੀ ਕਿ ਸਦੀਕ ਬੇਗ ਦੇ ਵਕੀਲ ਛਿਮਾਹੀ ਦੀ ਕਿਸ਼ਤ ਲੈ ਕੇ ਅੱਪੜ ਪਏ ਅਤੇ ਬੇਨਤੀ ਕੀਤੀ ਕਿ ਤੁਸਾਂ ਸਾਡੀ ਕਹੀ ਲੁੱਟ ਲਈ ਸੀ, ਅਸਾਂ ਹੱਲਾ ਕਰ ਦਿੱਤਾ, ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ। ਖਾਲਸਾ ਜੀ ਨੇ ਉੱਤਰ ਦਿੱਤਾ ਕਿ ਛਿਮਾਹੀ ਵਿੱਚ ਢਿੱਲ ਹੋਈ ਸੀ, ਇਸ ਕਰਕੇ ਕਹੀ ਲੁੱਟੀ ਸੀ। ਜਦ ਕਦੇ ਫੇਰ ਐਸਾ ਕਰੋਗੇ ਤਾਂ ਖਾਲਸਾ ਜੀ ਢਿੱਲ ਨਹੀਂ ਕਰੇਗਾ। ਗੁੱਸੇ ਵਾਲੀ ਕੋਈ ਗੱਲ ਨਹੀਂ, ਲੜਨਾ ਭਿੜਨਾ ਖਾਲਸੇ ਜੀ ਦੀ ਕਾਰ ਹੈ। ਤਲਵੱਟ ਦਾ ਵਸਨੀਕ ਲక్ష్ਮੀ ਨਰੈਣ ਖੱਤਰੀ ਇਸ ਸਮੇਂ ਸਦੀਕ ਬੇਗ ਦਾ ਦੀਵਾਨ ਸੀ। ਹਾੜੀ ਦੀ ਉਗਰਾਈ ਹੋ ਚੁੱਕੀ ਸੀ ਕਿ ਸਦੀਕ ਬੇਗ ਨੂੰ ਵਹਿਮ ਹੋ ਗਿਆ ਕਿ ਜੋ ਲక్ష్ਮੀ ਨਰੈਣ ਬਹੁਤ ਸਾਰੀ ਰਕਮ ਖਾ ਗਿਆ ਹੈ, ਉਹ ਇਸ ਨੂੰ ਸਜ਼ਾ ਦੇਣੀ ਚਾਹੁੰਦਾ ਸੀ ਕਿ ਲక్ష్ਮੀ ਨਰੈਣ ਸਰਹੰਦੋਂ ਨੱਸ ਕੇ ਸਰਦਾਰ ਗੁਰਬਖਸ਼ ਸਿੰਘ ਕਾਲੀ ਕੇ ਪਾਸ ਸਨੌਰ ਆ ਗਿਆ। ਇਹ ਖਬਰ ਸੁਣ ਕੇ ਸਦੀਕ ਬੇਗ ਨੇ ਸਨੌਰ ਆਦਮੀ ਘੱਲੇ ਕਿ ਮੇਰੀ ਢੱਕ ਦੀਆਂ ਬਾਹਾਂ ਫੜਾ ਦੇਵੇ, ਪਰ ਸਰਦਾਰ ਗੁਰਬਖਸ਼ ਸਿੰਘ ਨੇ ਉੱਤਰ ਦਿੱਤਾ ਕਿ ਸ਼ਰਨ ਆਏ ਨੂੰ ਧੱਕਾ ਦੇਣਾ ਸਾਊਆਂ ਦਾ ਕੰਮ ਨਹੀਂ।
ਸਦੀਕ ਬੇਗ ਨੂੰ ਆਪਣੀ ਤਾਕਤ ਦਾ ਮਾਣ ਸੀ। ਉਸਨੇ ਉਸੇ ਵੇਲੇ ਚੜ੍ਹਾਈ ਕਰ ਦਿੱਤੀ ਅਤੇ ਸਨੌਰ ਨੂੰ ਜਾ ਘੇਰਿਆ। ਮਹਾਰਾਜਾ ਆਲਾ ਸਿੰਘ ਜੀ ਨੂੰ ਵੀ ਪਤਾ ਲੱਗ ਚੁੱਕਾ ਸੀ। ਆਪ ਬਰਨਾਲੇ ਤੋਂ ਪਟਿਆਲੇ ਦੀ ਗੜੀ ਆ ਗਿਆ ਅਤੇ ਲక్ష్ਮੀ ਨਾਰਾਇਣ ਨੂੰ ਆਪਣੇ ਪਾਸ ਸਦਵਾ ਲਿਆ। ਸਰਦਾਰ ਗੁਰਬਖਸ਼ ਸਿੰਘ ਲక్ష్ਮੀ ਨਾਰਾਇਣ ਨੂੰ ਲੈ ਕੇ ਸਨੌਰੋਂ ਮਹਾਰਾਜ ਜੀ ਪਾਸ ਆ ਗਿਆ ਅਤੇ ਗੜੀ ਨੂੰ ਕਾਇਮ ਕਰ ਲਿਆ। ਮਗਰੇ ਮਗਰ ਸਦੀਕ ਬੇਗ ਆ ਗਿਆ ਅਤੇ ਗੜੀ ਦਾ ਘੇਰਾ ਘੱਤ ਕੇ ਗੜੀ ਉਧਾਲੇ ਖਾਈ ਪਟਾਉਣ ਲੱਗ ਪਿਆ ਕਿ ਬਾਹਰੋਂ ਰਸਤ ਪਾਣੀ ਤੇ ਆਦਮੀਆਂ ਦੀ ਮਦਦ ਆਉਣੀ ਬੰਦ ਹੋ ਜਾਵੇ। ਮਹਾਰਾਜਾ ਆਲਾ ਸਿੰਘ ਜੀ ਨੇ ਵੀ ਦੇਖਿਆ ਕਿ ਪਟਿਆਲੇ ਦੀ ਗੜੀ ਟਾਕਰੇ ਦੇ ਢੱਬਦੀ ਨਹੀਂ, ਇਸ ਲਈ ਸਰਦਾਰ ਗੁਰਬਖਸ਼ ਸਿੰਘ ਕਾਲੀਕੇ ਨੂੰ ਸਨੇ ਫੌਜ ਤਾਂ ਉੱਥੇ ਹੀ ਛੱਡਿਆ ਅਤੇ ਲక్ష్ਮੀ ਨਾਰਾਇਣ ਨੂੰ ਆਪਣੇ ਨਾਲ ਲੈ ਕੇ ਆਪ ਢੋਡਿਆਂ ਦੇ ਕਿਲੇ ਵਿੱਚ ਆ ਗਏ ਅਤੇ ਕਿਲੇ ਨੂੰ ਕਾਇਮ ਕਰ ਲਿਆ। ਜਦ ਸਦੀਕ ਬੇਗ ਨੂੰ ਪਤਾ ਲੱਗਾ ਕਿ ਮੇਰੀ ਢੱਕ ਤਾਂ ਢੋਡੀ ਚਲੀ ਗਈ ਹੈ ਤਾਂ ਉਸਨੇ ਪਟਿਆਲੇ ਦੀ ਗੜੀ ਦਾ ਖਿਆਲ ਛੱਡ ਦਿੱਤਾ ਅਤੇ ਢੋਡੀ ਆ ਕੇ ਕਿਲੇ ਦਾ ਘੇਰਾ ਪਾ ਲਿਆ। ਆਪੋ ਵਿੱਚ ਮਹੀਨਾ ਭਰ ਲੜਾਈ ਹੁੰਦੀ ਰਹੀ ਪਰ ਸਿੱਟਾ ਕੁਝ ਨਾ ਨਿਕਲਿਆ। ਉਦੋਂ ਹੀ ਸਦੀਕ ਬੇਗ ਪਾਸ ਖਬਰ ਪੁੱਜੀ ਕਿ ਅਹਿਮਦ ਸ਼ਾਹ ਅਬਦਾਲੀ ਤੁਰਿਆ ਆਉਂਦਾ ਹੈ। ਉਹ ਉਸੇ ਵੇਲੇ ਘੇਰਾ ਛੱਡ ਦਿੱਤਾ ਅਤੇ ਛੇਤੀ ਵਾਹੋ ਦਾਹੀ ਸਰਹੰਦ ਨੂੰ ਵਗ ਗਿਆ, ਜਿੱਥੋਂ ਆਪਣਾ ਮਾਲ ਮਤਾ ਸਾਂਭ ਕੇ ਉਹ ਦਿੱਲੀ ਨੂੰ ਚਲਿਆ ਗਿਆ। ਮਹਾਰਾਜ ਜੀ ਦੀ ਫੌਜ ਨੇ ਜਦ ਸਦੀਕ ਬੇਗ ਨੂੰ ਘਾਬਰੇ ਹੋਏ ਵੇਖਿਆ ਤਾਂ ਚਾਹਿਆ ਕਿ ਇਸ ਵੇਲੇ ਹੱਲਾ ਕਰਕੇ ਇਸ ਦਾ ਤੋਪਖਾਨਾ ਤੇ ਮਾਲ ਅਸਬਾਬ ਖੋਹ ਲਿਆ ਜਾਵੇ, ਪਰ ਮਹਾਰਾਜਾ ਜੀ ਨੇ ਇਸ ਗੱਲ ਨੂੰ ਨਾ ਮੰਨਿਆ। ਕਹਿੰਦੇ ਹਨ ਕੁਝ ਕੁ ਸਰਦਾਰ ਮਹਾਰਾਜਾ ਜੀ ਦੇ ਮਨਾ ਕਰਦਿਆਂ ਵੀ ਸਦੀਕ ਬੇਗ ਦੇ ਲਸ਼ਕਰ ਉੱਤੇ ਜਾ ਪਏ, ਪਰ ਥੋੜੀਆਂ ਜਿਹੀਆਂ ਵਾੜਾਂ ਝਾੜਨ ਤੋਂ ਮਗਰੋਂ ਵਾਪਸ ਮੁੜ ਆਏ। ਇਹ ਗੱਲ ਸੰਪਤ 1816 ਬਿਕਰਮੀ ਦੀ ਹੈ। ਪੰਜਾਬ ਵੱਲ ਜਦ ਮਰਹੱਟੇ ਆਏ ਸਨ ਤਾਂ ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਬਲੋਚਾ ਦੇ ਸਰਦਾਰ ਨਾਸਰ ਖਾਨ ਨਾਲ ਰੁੱਝਿਆ ਹੋਇਆ ਸੀ। ਉਧਰੋਂ ਜਦ ਉਸਨੂੰ ਵੇਲ ਹੋਇਆ ਤਾਂ ਮਰਹੱਟਿਆਂ ਪਾਸੋਂ ਬਦਲਾ ਲੈਣ ਲਈ ਉਹ ਪੰਜਾਬ ਵੱਲ ਆਇਆ। ਭਾਦੋ ਸੰਪਤ 1816 ਬਿਕਰਮੀ ਨੂੰ ਉਹ ਦਰਿਆ ਅਟਕੋਂ ਉਤਰਿਆ ਤੇ ਜਦ ਉਸਨੇ ਸੁਣਿਆ ਕਿ ਮਰਹੱਟੇ ਰੋਹੇਲਿਆਂ ਦਾ ਸਾਹ ਬੰਦ ਕਰੀ ਬੈਠੇ ਹਨ ਤਾਂ ਛੇਤੀ ਪਹਾੜ ਦੀ ਕੰਢੀ ਆ ਕੇ ਸਹਾਰਨਪੁਰ ਦੀ ਬਰਾਬਰੋਂ ਜਮਣਾ ਪਾਰ ਹੋ ਪਿਆ ਤੇ ਆਪਣੀ ਬਾਕੀ ਫੌਜ ਨੂੰ ਹੁਕਮ ਦੇ ਦਿੱਤਾ ਕਿ ਹੌਲੀ ਸਿੱਧੇ ਰਾਹ ਆਵੇ। ਇਹ ਫੌਜ ਸਰਹੰਦ ਦੇ ਰਾਹ ਦਿੱਲੀ ਨੂੰ ਚਲੀ ਗਈ ਅਤੇ ਦਿੱਲੀੋਂ ਉਰੇ ਅਹਿਮਦ ਸ਼ਾਹ ਦੀ ਉਡੀਕ ਵਿੱਚ ਖੜੋ ਗਈ। ਅਹਿਮਦ ਸ਼ਾਹ ਜਮਣਾ ਪਾਰ ਗਿਆ ਹੋਇਆ ਸੀ। ਉਧਰੋਂ ਨਵਾਜ਼ ਨਜੀਬੂਦੌਲਾ, ਹਾਫਜ਼ ਰਹਿਮਤ ਖਾਂ ਤੇ ਅਹਿਮਦ ਖਾਂ ਬਖਸ਼ ਦੁਰਾਨੀ ਦੇ ਨਾਲ ਰਲ ਗਏ। ਬਾਦਲੀ ਪਾਸ ਦੱਤਾ ਸੀਧੀਆਂ ਮੋਰਚੇ ਲਾਈ ਬੈਠਾ ਸੀ। ਅਹਿਮਦ ਸ਼ਾਹ ਰੋਹੇਲਿਆਂ ਦੀ ਸਾਰੀ ਫੌਜ ਇਕੱਠੀ ਕਰਕੇ ਲੈ ਆਇਆ ਅਤੇ ਜਮਨਾ ਟੱਪ ਕੇ ਆਪਣੀ ਫੌਜ ਨਾਲ ਰਲ ਪਿਆ। ਫਿਰ ਦੱਤਾ ਸਿੰਧੀਆਂ ਨਾਲ ਟਾਕਰਾ ਕੀਤਾ, ਜਿਸ ਵਿੱਚ ਮਰਹੱਟਿਆਂ ਨੇ ਪਹਿਲਾਂ ਰੋਹੇਲੇ ਬੁਰੇ ਅੱਗੇ ਧਰੇ ਸਨ, ਪਰ ਜਦ ਅਹਿਮਦ ਖਾਂ ਬਖਸ਼ ਨੇ 10,000 ਜਵਾਨ ਲੈ ਕੇ ਉਹਨਾਂ ਉੱਤੇ ਹੱਲਾ ਕੀਤਾ ਤਾਂ ਦੱਤਾ ਸਿੰਧੀਆਂ ਦੇ ਮਾਰੇ ਜਾਣ ਕਰਕੇ ਮਰਹੱਟਿਆਂ ਦੇ ਪੈਰ ਉਖੜ ਗਏ ਅਤੇ ਜਿੱਤ ਅਹਿਮਦ ਸ਼ਾਹ ਦੀ ਹੋਈ। ਇਹ ਗੱਲ ਪੋਹ ਸੰਪਤ 1816 ਬਿਕਰਮੀ ਦੀ ਹੈ। ਮਰਹੱਟਿਆਂ ਦਾ ਇੱਕ ਦਸਤਾ ਮਲਹਾਰ ਰਾਓ ਹੁਲਕਰ ਦੇ ਪਾਸ ਸੀ, ਜੋ ਸਿਕੰਦਰੇ ਡੇਰੇ ਲਾਈ ਪਿਆ ਸੀ। ਅਬਦਾਲੀ ਐਸਾ ਚੁੱਪ ਚਪੀਤਾ ਪਿਆ ਕਿ ਹੁਲਕਰ ਨੂੰ ਅਲਾਣੀ ਘੋੜੀ ਉੱਤੇ ਸਵਾਰ ਹੋ ਕੇ ਜਾਨ ਬਚਾਉਣੀ ਪਈ। ਫਿਰ ਅਹਿਮਦ ਸ਼ਾਹ ਦਿੱਲੀ ਆਇਆ ਤੇ 3 ਦਿਨ ਤੀਕ ਸ਼ਹਿਰ ਨੂੰ ਲੁੱਟਿਆ। ਦੁਰਾਨੀਆਂ ਤੇ ਰੋਹੇਲਿਆਂ ਨੇ ਹਜ਼ਾਰਾਂ ਸਾਊ ਘਰਾਂ ਦੀਆਂ ਹਜ਼ਾਰਾਂ ਸੁੰਦਰ ਔਰਤਾਂ ਤੇ ਲੜਕੀਆਂ ਗੋਲੀਆਂ ਬਣਾਉਣ ਲਈ ਕੈਦ ਕਰ ਲਈਆਂ ਤੇ ਹਜ਼ਾਰਾਂ ਆਦਮੀ ਮਾਰੇ ਗਏ। ਇਹ ਕੈਦੀ ਫਿਰ ਈਰਾਨ, ਤੁਰਾਨ, ਸਮਰਕੰਦ ਤੇ ਬੁਖਾਰਾ ਨੂੰ ਘੱਲੇ ਗਏ। ਦਿੱਲੀ ਵੱਲੋਂ ਵਿਹਲਾ ਹੋ ਕੇ ਅਬਦਾਲੀ ਰੁਹੇਲਖੰਡ ਵੱਲ ਗਿਆ ਤੇ ਮਰਹੱਟਿਆਂ ਦੇ ਇੱਕ ਦਸਤੇ ਨੂੰ ਖਿੰਡਾ ਕੇ ਭਾਦੋ ਸੰਪਤ 1817 ਬਿਕਰਮੀ ਨੂੰ ਕੋਇਲ ਗਿਆ। ਹੁਣ ਬਰਸਾਤ ਦੇ ਦਿਨ ਸਨ, ਇਸ ਲਈ ਗੰਗਾ ਕੰਢੇ ਅਨੂਪ ਸ਼ਹਿਰ ਜਾਂ ਛਾਉਣੀ ਪਾਈ ਅਤੇ ਅਬਦ ਦੇ ਮਾਲਕ ਸ਼ਾਹ ਸੁਜਾਉਲ ਮੁਲਕ ਨੂੰ ਵੀ ਆਪਣੇ ਨਾਲ ਰਲਾ ਲਿਆ। ਜਦੋਂ ਇਹ ਖਬਰਾਂ ਦੱਖਣ ਪੁੱਜੀਆਂ ਤਾਂ ਮਰਹੱਟਿਆਂ ਦੇ ਰਹੀਸ ਬਾਲਾਜੀ ਪੇਸ਼ਵਾ ਨੇ ਬੜੀ ਭਾਰੀ ਫੌਜ ਤੇ ਤੋਪਖਾਨਾ ਦੇ ਕੇ ਆਪਣੇ ਟਿਕੇ ਵਿਸ਼ਵਾਸ ਰਾਓ, ਆਪਣੇ ਪ੍ਰਸਿੱਧ ਭਤੀਜੇ ਭਾਓ ਅਤੇ ਆਪਣੇ ਇੱਕ ਹੋਰ ਪੁੱਤਰ ਸ਼ਮਸ਼ੇਰ ਬਹਾਦਰ ਨੂੰ ਦਿੱਲੀ ਵੱਲ ਘੱਲਿਆ। ਜਦ ਦਿੱਲੀ ਅਪੜੇ ਤਾਂ ਪਲਾਂ ਵਿੱਚ ਹੀ ਸ਼ਹਿਰ ਲੈ ਲਿਆ, ਕਿਉਂਕਿ ਅਬਦਾਲੀ ਦੀ ਸਾਰੀ ਫੌਜ ਇਸ ਵੇਲੇ ਅਨੂਪ ਸ਼ਹਿਰ ਪਈ ਸੀ। ਅਬਦੁਲ ਸਮਦ ਖਾਂ ਮਹਾਰਾਜਾ ਆਲਾ ਸਿੰਘ ਜੀ ਪਾਸੋਂ ਭਾਜ ਖਾ ਕੇ ਅਤੇ ਕੁਤਬ ਸ਼ਾਹ ਰੋਹੇਲਾ ਫਲੌਰ ਦੀ ਲੜਾਈ ਵਿੱਚ ਅਦੀਨਾ ਬੇਗ ਪਾਸੋਂ ਭਾਜ ਖਾ ਕੇ ਰੋਹੇਲਖੰਡ ਵਿੱਚ ਜਾ ਲੁਕੇ ਸਨ। ਹੁਣ ਜਦ ਅਹਿਮਦ ਸ਼ਾਹ ਆਇਆ ਤਾਂ ਉਸਨੇ ਦਿੱਲੀ ਵੱਲ ਮਰਹੱਟਿਆਂ ਦਾ ਆਉਣਾ ਸੁਣਿਆ ਤਾਂ ਅਬਦੁਲ ਸਮਦ ਖਾਂ, ਕੁਤਬ ਸ਼ਾਹ ਤੇ ਮੋਮਨ ਖਾਂ ਨੂੰ ਹੁਕਮ ਦਿੱਤਾ ਕਿ ਸਰਹੰਦ ਵੱਲ ਜਾ ਕੇ ਸਾਡੇ ਲਸ਼ਕਰ ਵਿੱਚ ਰਸਦ ਪਾਣੀ ਪਹੁੰਚਾਉਂਦੇ ਰਹਿਣ। ਇਹ ਦਿੱਲੀੋਂ ਮਰਹੱਟਿਆਂ ਪਾਸੋਂ ਭਾਜ ਖਾ ਕੇ ਕੰਜਪੁਰੇ ਅਪੜੇ, ਪਰ ਕੰਜਪੁਰੀਆ ਨਜਾਬਤ ਖਾਂ ਅੰਦਰ ਖਾਨਿਓ
ਮਰਹੱਟਿਆਂ ਦੀ ਹਮਾਇਤ 'ਤੇ ਸੀ। ਉਸਨੇ ਇਹਨਾਂ ਨੂੰ ਕਿਹਾ ਕਿ ਮੈਦਾਨ ਵਿੱਚ ਖੜੋ ਕੇ ਲੜੋ, ਮੈਂ ਕਿਲ੍ਹਾ ਸਾਂਭੀ ਰੱਖਦਾ ਹਾਂ। ਇਹ ਜਾਂ ਬਾਹਰ ਨਿਕਲ ਕੇ ਲੜੇ ਤਾਂ ਇਹਨਾਂ ਦੇ ਪੈਰ ਖਿਸਕ ਗਏ, ਪਰ ਜਦ ਕਿਲ੍ਹੇ ਵੱਲ ਆਏ ਤਾਂ ਨਜ਼ਾਬਤ ਖਾਨ ਨੇ ਦਰਵਾਜ਼ੇ ਬੰਦ ਕਰ ਲਏ ਅਤੇ ਇਹ ਉੱਥੇ ਹੀ ਮਾਰੇ ਗਏ। ਇਹ ਗੱਲ ਆਰੰਭ ਕੱਤਕ ਸੰਮਤ 1817 ਬਿਕਰਮੀ ਦੀ ਹੈ। ਇਸੇ ਸਮੇਂ ਅਹਿਮਦ ਸ਼ਾਹ ਅਬਦਾਲੀ ਸਭ ਮੁਸਲਮਾਨੀ ਸੈਨਾ ਆਪਣੇ ਨਾਲ ਲੈ ਕੇ ਬਾਗਪਤ ਦੇ ਪੱਤਨੋਂ ਜਮਨਾ ਲੰਘ ਗਿਆ ਅਤੇ ਮਰਹੱਟੇ ਪਾਣੀਪਤ ਗਿਰਦੇ ਸੰਗਰ ਘੱਤ ਕੇ ਬੈਠ ਗਏ। ਹਿੰਦੁਸਤਾਨ ਦਾ ਜੋ ਮੁਸਲਮਾਨ ਰਈਸ ਸੀ ਇਸ ਵੇਲੇ ਅਬਦਾਲੀ ਦੇ ਨਾਲ ਸੀ, ਪਰ ਤਦ ਵੀ ਅਬਦਾਲੀ ਪਾਸ ਇਤਨੀ ਫੌਜ ਨਹੀਂ ਸੀ ਕਿ ਉਹ ਵੱਧ ਕੇ ਮਰਹੱਟਿਆਂ ਦਾ ਟਾਕਰਾ ਕਰ ਸਕਦਾ। ਮਰਹੱਟਿਆਂ ਪਾਸ ਇਸ ਸਮੇਂ 3 ਲੱਖ ਜਵਾਨ ਤੇ 300 ਤੋਪਾਂ ਸਨ ਅਤੇ ਅਬਦਾਲੀ ਪਾਸ 90,000 ਜਵਾਨ ਤੇ 70 ਤੋਪਾਂ। ਅਬਦਾਲੀ ਨੇ ਮਰਹੱਟਿਆਂ ਦੇ ਸੰਗਰ ਦੇ ਸਾਹਮਣੇ ਹੀ ਆਪਣਾ ਡੇਰਾ ਲਾ ਲਿਆ ਤੇ ਰੋਜ਼ ਛੋਟੀਆਂ-ਛੋਟੀਆਂ ਲੜਾਈਆਂ ਹੋਣ ਲੱਗੀਆਂ। 3 ਮਹੀਨੇ ਇਹੋ ਜਿਹਾ ਹੀ ਹਾਲ ਰਿਹਾ ਤੇ ਆਪੋ ਵਿੱਚ ਡਟ ਕੇ ਕੋਈ ਲੜਾਈ ਨਾ ਹੋਈ। ਮਰਹੱਟਿਆਂ ਨੇ ਅਬਦਾਲੀ ਦੇ ਲਸ਼ਕਰ ਵਿੱਚ ਰਸਦ ਆਉਣੀ ਬੰਦ ਕਰ ਦਿੱਤੀ ਸੀ, ਇਸ ਲਈ ਇਹਨਾਂ ਨੂੰ ਬੜਾ ਔਖ ਹੋਣ ਲੱਗਾ। ਅਬਦਾਲੀ ਨੇ ਹੁਣ ਆਪਣੇ ਸਰਦਾਰਾਂ ਨੂੰ ਤਾਕੀਦ ਕੀਤੀ ਕਿ ਮਰਹੱਟਿਆਂ ਦੇ ਲਸ਼ਕਰ ਵਿੱਚ ਰਸਦ ਦਾਣਾ ਜਾਣਾ ਨਾ ਪਵੇ ਤੇ ਜੇ ਕਿਧਰੋਂ ਆਵੇ ਤਾਂ ਉਸਨੂੰ ਲੁੱਟ ਲਿਆ ਜਾਵੇ। ਹੁਣ ਅਬਦਾਲੀ ਦੇ ਲਸ਼ਕਰ ਵਿੱਚ ਤਾਂ ਰਸਦ ਬਹੁਤ ਆਉਣ ਲੱਗ ਪਈ, ਪਰ ਮਰਹੱਟਿਆਂ ਦੇ ਲਸ਼ਕਰ ਵਿੱਚ ਰਸਦ ਦਾ ਜਾਣਾ ਬੰਦ ਹੋ ਗਿਆ। ਲੱਖਾਂ ਆਦਮੀ ਹਰ ਰੋਜ਼ 2 ਵੇਲੇ ਖਾਣ ਵਾਲੇ ਭਲਾ ਜਮ੍ਹਾਂ ਕੀਤੀ ਰਸਦ ਕਿਤਨਾ ਕੁ ਚਿਰ ਕੱਢ ਸਕਦੀ ਸੀ। ਜੋ ਦਸਤੇ ਬਾਹਰੋਂ ਰਸਦ ਲਿਆਉਣ ਲਈ ਘੱਲੇ ਜਾਂਦੇ ਉਹਨਾਂ ਨੂੰ ਅਬਦਾਲੀ ਦੀ ਫੌਜ ਘੇਰ ਲੈਂਦੀ। ਲੋਕਾਂ ਦੇ ਦਿਲਾਂ ਵਿੱਚ ਐਸਾ ਡਰ ਬੈਠ ਗਿਆ ਸੀ ਕਿ ਸੰਗਰੋਂ ਬਾਹਰ ਨਾ ਨਿਕਲਦੇ ਅਤੇ ਜੇਕਰ ਕੋਈ ਬਾਹਰ ਨਿਕਲਦਾ ਤਾਂ ਗਿਲਜੇ ਉਸ ਨੂੰ ਵੱਢ ਸੁੱਟਦੇ। ਐਸੀ ਔਕੜ ਦੇ ਸਮੇਂ ਮਹਾਰਾਜਾ ਆਲਾ ਸਿੰਘ ਜੀ ਨੇ ਮਰਹੱਟਿਆਂ ਨੂੰ ਰਸਦ ਪਹੁੰਚਾਉਣੀ ਸ਼ੁਰੂ ਕੀਤੀ। ਅਬਦਾਲੀ ਦੀ ਸੈਨਾ ਭਾਵੇਂ 100 ਚੌਕਸਾਈ ਰੱਖਦੀ, ਪਰ ਮਹਾਰਾਜ ਜੀ ਦੀ ਭਾਰ ਬਰਦਾਰੀ ਗਿਲਜਿਆਂ ਦੇ ਹੱਥ ਨਾ ਪੈਂਦੀ। ਆਮੋ ਸਾਹਮਣੇ ਪਈਆਂ ਫੌਜਾਂ ਅੰਤ ਨੂੰ ਅੱਕ ਗਈਆਂ। 5 ਮਾਘ ਸੰਮਤ 1818 ਬਿਕਰਮੀ ਦਾ ਦਿਨ ਸੀ ਕਿ ਮਰਹੱਟੇ ਆਪਣੇ ਸੰਗਰ ਵਿੱਚੋਂ ਨਿਕਲੇ ਅਤੇ ਐਸੇ ਜ਼ੋਰ ਨਾਲ ਹੱਲਾ ਕੀਤਾ ਕਿ ਅਬਦਾਲੀ ਦੀ ਸੈਨਾ ਨੂੰ ਅੱਗੇ ਧਰ ਲਿਆ। ਅਹਿਮਦ ਸ਼ਾਹ ਅੱਡ ਖੜਾ ਸਭ ਕੁਝ ਵੇਖ ਰਿਹਾ ਸੀ। ਉਸਨੇ ਜਦ ਜਾਂਚਿਆ ਕਿ ਮੇਰੀ ਸੈਨਾ ਹਿੱਲ ਖੜੋਤੀ ਹੈ ਤਾਂ ਉਹ ਆਪਣੇ ਨਾਲ ਦੇ ਵਿਸਮੇ ਹੋਏ ਸਵਾਰਾਂ ਨੂੰ ਲੈ ਕੇ ਮਰਹੱਟਿਆਂ ਉੱਤੇ ਜਾ ਪਿਆ। ਕਰਤਾਰ ਦੀ ਮਰਜ਼ੀ ਹੀ ਇਹ ਸੀ ਕਿ ਜਿੱਤ ਅਬਦਾਲੀ ਦੀ ਹੋਵੇ। ਚੰਗੇ ਭਲੇ ਮਰਹੱਟੇ ਵੱਧਦੇ ਆਉਂਦੇ ਸਨ ਕਿ ਏਕਾਏਕ ਹੀ ਉਹ ਨੱਠ ਉੱਠੇ ਅਤੇ ਐਸੇ ਨੱਠੇ ਕਿ ਫਿਰ ਤਾਂ ਇੱਕ ਗਿਲਜੇ ਨੇ ਹਜ਼ਾਰ ਮਰਹੱਟੇ ਨੂੰ ਕਈ ਮੀਲਾਂ ਤੱਕ ਸਾਹ ਨਾ ਲੈਣ ਦਿੱਤਾ। ਵਿਸ਼ਵਾਸ ਰਾਓ ਤੇ ਭਾਓ ਮਾਰੇ ਗਏ ਸਨ। ਇਹਨਾਂ ਦੇ ਡਿੱਗਣ ਨਾਲ ਹੀ ਮਰਹੱਟੇ ਨੱਠ ਉੱਠੇ। ਦੁਰਾਨੀਆਂ ਨੇ ਭਗੌੜਿਆਂ ਨੂੰ 15 20 ਕੋਹ ਤੀਕ ਪਿੱਛਾ ਕਰਕੇ ਮਾਰਿਆ। ਹਜ਼ਾਰਾਂ ਜਵਾਨ ਇਸ ਤਰ੍ਹਾਂ ਭੱਜੇ ਜਾਂਦੇ ਹੀ ਮਾਰੇ ਗਏ। ਦੁਰਾਨੀਆਂ ਨੂੰ ਬੇਸ਼ੁਮਾਰ ਲੁੱਟ ਦਾ ਮਾਲ ਹੱਥ ਲੱਗਾ। ਕੋਈ ਆਦਮੀ ਐਸਾ ਨਹੀਂ ਸੀ ਜਿਸ ਪਾਸ ਕਈ ਖੱਚਰਾਂ ਤੇ ਘੋੜੇ ਨਾ ਜਮ੍ਹਾਂ ਹੋ ਗਏ ਹੋਣ। ਔਰਤਾਂ ਤੇ ਬੱਚੇ ਅਣਗਿਣਤ ਹੀ ਕੈਦ ਹੋਏ। ਫਤਿਹ ਬਖਸ਼ ਦਾ ਕਰਤਾ ਲਿਖਦਾ ਹੈ ਕਿ ਉਸ ਵੇਲੇ ਦਾ ਸਮਾਂ ਅੱਖਾਂ ਅੱਗੇ ਲਿਆਇਆ ਮੇਰੇ ਲੂਹ ਕੰਡੇ ਖੜੇ ਹੋ ਜਾਂਦੇ ਹਨ। ਨਕਦੀ ਅਤੇ ਹੋਰ ਮਾਲ ਅਸਬਾਬ ਤੋਂ ਬਿਨਾਂ 50,000 ਘੋੜੇ, 2 ਲੱਖ ਗਊਆਂ, ਕਈ ਹਜ਼ਾਰ ਊਠ ਤੇ 500 ਹਾਥੀ ਮਰਹੱਟਿਆਂ ਦੇ ਸੰਗਰ ਵਿੱਚੋਂ ਦੁਰਾਨੀਆਂ ਦੇ ਹੱਥ ਲੱਗੇ। ਕਹਿੰਦੇ ਹਨ ਕਿ ਇਸ ਲੜਾਈ ਵਿੱਚ ਮਰਹੱਟਿਆਂ ਦਾ 2 ਲੱਖ ਜਵਾਨ ਮਾਰਿਆ ਗਿਆ ਤੇ 22,000 ਜਵਾਨ ਕੈਦ ਕਰਕੇ ਦੂਰ ਦੇਸ਼ਾਂ ਵਿੱਚ ਵਿਕਣ ਲਈ ਘੱਲਿਆ ਗਿਆ ਸੀ। ਇਸ ਲੜਾਈ ਦਾ ਇਹ ਅਸਰ ਹੋਇਆ ਕਿ ਮਰਹੱਟੇ ਤੇ ਦੁਰਾਨੀਆਂ ਦੇ ਥੱਕ ਜਾਣ ਕਾਰਨ ਸਿੰਘਾਂ ਨੂੰ ਆਪਣੀ ਤਾਕਤ ਵਧਾਉਣ ਦਾ ਚੰਗਾ ਮੌਕਾ ਲੱਭ ਗਿਆ ਅਤੇ 2 ਸਾਲਾਂ ਵਿੱਚ ਹੀ ਸਿੰਘ ਇਤਨੇ ਤਕੜੇ ਹੋ ਗਏ ਕਿ ਪਾਣੀਪਤ ਦਾ ਵਿਜਯੀ ਅਹਿਮਦ ਸ਼ਾਹ ਸਿੰਘਾਂ ਨਾਲ ਮੱਥਾ ਲਾਉਣੋਂ ਕੰਨੀ ਕਤਰਾਉਣ ਲੱਗ ਪਿਆ। ਇਸ ਸੁੱਖ ਰਹਿਣੇ ਹਿੰਦੁਸਤਾਨ ਦਾ ਪੌਣ ਪਾਣੀ 1-2 ਪੀੜ੍ਹੀਆਂ ਵਿੱਚ ਹੀ ਕਰੜੇ ਤੇ ਅਣਥੱਕ ਸੂਰਮਿਆਂ ਨੂੰ ਤ੍ਰੀਮਤਾਂ ਵਾਂਗ ਸੋਲ ਬਣਾ ਦਿੰਦਾ ਰਿਹਾ ਹੈ। ਕਾਬਲ ਵੱਲੋਂ ਜੇ ਕੋਈ ਆਇਆ ਪਹਿਲਾਂ ਤਾਂ ਉਹ ਚੰਗਾ ਕਰੜਾ ਰਿਹਾ, ਪਰ ਹਿੰਦੁਸਤਾਨ ਦੇ ਸੁੱਖ ਵੇਖ ਕੇ ਛੇਤੀ ਹੀ ਸੁੱਖ ਰਹਿਣਾ ਹੋ ਗਿਆ। ਦਿੱਲੀ ਦੀ ਪਾਤਸ਼ਾਹੀ ਦੇ ਤਕੜੇ ਰਹਿਣ ਦਾ ਇਹ ਭੇਤ ਸੀ ਕਿ ਹਰ ਸਾਲ ਹਜ਼ਾਰਾਂ ਕਰੜੇ ਜਵਾਨ ਅਟਕੋਂ ਇਸ ਪਾਰ ਆ ਜਾਂਦੇ ਅਤੇ ਆਪਣੀ ਸੁਭਾਵਕ ਸੁਸਤੀ ਦੇ ਕਾਰਨ ਇੱਧਰ ਦੀ ਸੁਸਤੀ ਦਾ ਅਸਰ ਨਾ ਹੋਣ ਦਿੰਦੇ। ਪਰ ਪਾਣੀਪਤ ਦੀ ਲੜਾਈ ਨੇ ਪੰਜਾਬ ਵਿੱਚ ਸਿੰਘਾਂ ਦੀ ਕੰਧ ਖੜੀ ਕਰ ਦਿੱਤੀ, ਜਿਸ ਨੇ ਹਿੰਦੁਸਤਾਨ ਤੇ ਤੁਰਕਸਤਾਨ ਨੂੰ ਅੱਡੋ ਅੱਡ ਕਰ ਦਿੱਤਾ। ਹੁਣ ਕਿਸੇ ਅਟਕੋ ਪਾਰਲੇ ਜਵਾਨ ਦਾ ਦਿੱਲੀ ਪੁੱਜ ਸਕਣਾ ਔਖੀ ਗੱਲ ਸੀ। ਦਿੱਲੀ ਦੇ ਲਹੂ ਵਿੱਚੋਂ ਚੁਸਤੀ ਘਟ ਗਈ ਅਤੇ ਬਾਹਰਲਾ ਨਰੋਇਆ ਲਹੂ ਨਾ ਰਲਣ ਕਰਕੇ ਦਿੱਲੀ ਦਾ ਲਹੂ ਪਤਲਾ ਪੈ ਗਿਆ, ਜਿਸ ਕਰਕੇ ਨਾ ਤਾਂ ਉਮਰਾਵਾਂ ਵਿੱਚੋਂ ਕੋਈ ਯੋਧਾ ਨਿਕਲਿਆ ਤੇ ਨਾ ਹੀ ਸ਼ਹਿਜ਼ਾਦਿਆਂ ਵਿੱਚੋਂ ਕੋਈ ਸੂਰਮਾ ਬਣਿਆ ਜੋ ਦਿੱਲੀ ਦੀ ਢਹਿੰਦੀ ਕਲਾ ਨੂੰ ਕੁਝ ਉਭਾਰਦਾ ਅਤੇ ਕਿਸੇ ਸੈਨਾ ਨੂੰ ਜਿੱਤ ਕੇ ਆਪਣੇ ਵੱਡਿਆਂ ਦਾ ਨਾਮ ਰੌਸ਼ਨ ਕਰਦਾ। ਪਾਣੀਪਤ ਦੀ ਲੜਾਈ ਚੋਂ ਵਿਹਲਾ ਹੋ ਕੇ ਅਹਿਮਦ ਸ਼ਾਹ ਦਿੱਲੀ ਨੂੰ ਗਿਆ
ਅਤੇ 2 ਕੁ ਮਹੀਨੇ ਉੱਥੇ ਆਰਾਮ ਕਰਕੇ ਚੇਤ ਸੁਦੀ 6 ਸੰਪਤ 1818 ਬਿਕਰਮੀ ਨੂੰ ਆਪਣੇ ਦੇਸ਼ ਨੂੰ ਕੂਚ ਕਰ ਦਿੱਤਾ। ਸਾਰਾ ਜਹਾਨ ਜਾਣਦਾ ਸੀ ਕਿ ਮਹਾਰਾਜਾ ਜੀ ਲਈ ਇਹ ਬੜੀ ਔਕੜ ਦਾ ਸਮਾਂ ਹੈ ਅਤੇ ਮਹਾਰਾਜ ਜੀ ਵੀ ਇਸ ਆਉਣ ਵਾਲੀ ਆਫਤ ਤੋਂ ਅਵੇਸਲੇ ਨਹੀਂ ਸਨ। ਅਹਿਮਦ ਸ਼ਾਹ ਨੂੰ ਪਤਾ ਸੀ ਕਿ ਮਹਾਰਾਜਾ ਜੀ ਮਰਹੱਟਿਆਂ ਦੇ ਲਸ਼ਕਰ ਵਿੱਚ ਰਸਦ ਪਹੁੰਚਾਉਂਦੇ ਰਹੇ ਹਨ, ਇਸ ਲਈ ਇਹ ਨਿਸ਼ਚੈ ਸੀ ਕਿ ਦਿੱਲੀ ਤੋਂ ਮੁੜਦਾ ਹੋਇਆ ਉਹ ਮਹਾਰਾਜ ਜੀ ਪਾਸੋਂ ਬਦਲਾ ਲੈਣ ਦਾ ਯਤਨ ਕਰੇਗਾ। ਮਹਾਰਾਜ ਜੀ ਨੇ ਆਉਣ ਵਾਲੀ ਆਫਤ ਤੋਂ ਪਹਿਲਾਂ ਤੋਂ ਹੀ ਤਾੜ ਕੇ ਆਪਣਾ ਸਾਰਾ ਖਜ਼ਾਨਾ ਉਰੇ ਪਰੇ ਕਰ ਦਿੱਤਾ ਅਤੇ ਆਪ ਸ਼ਾਹੀ ਸੜਕ ਤੋਂ ਦੂਰ ਇਕਲ ਵੰਜੇ ਮੁਣਕ ਜਾ ਬੈਠੇ ਅਤੇ ਸਮੇਂ ਦੇ ਰੰਗ ਵੇਖਣ ਲੱਗੇ। ਭਲੇ ਭਾਗਾਂ ਦੀ ਗੱਲ ਸੀ ਕਿ ਕੁੰਜਪੁਰੇ ਦੀ ਲੜਾਈ ਵਿੱਚ ਅਬਦੁਲ ਸਮਦ ਖਾਂ ਮਾਰਿਆ ਜਾ ਚੁੱਕਾ ਸੀ। ਜੇਕਰ ਉਹ ਇਸ ਸਮੇਂ ਜਿਉਂਦਾ ਹੁੰਦਾ ਤਾਂ ਉਸਨੇ ਆਪਣੀ ਰਾਮਪੁਰੇ ਵਾਲੀ ਭਾਜ ਦਾ ਗੱਚ ਇਸ ਸਮੇਂ ਕੱਢਣਾ ਸੀ ਅਤੇ ਪਤਾ ਨਹੀਂ ਸਰਹੰਦ ਦਾ ਨਾਜ਼ਮ ਹੋ ਕੇ ਉਹ ਕੀ ਕੁਝ ਕਰਦਾ। ਪਰ ਸੁੱਖ ਦੀ ਗੱਲ ਸੀ ਕਿ ਉਹ ਮਰ ਚੁੱਕਾ ਸੀ ਅਤੇ ਅਬਦਾਲੀ ਨੂੰ ਗੁੱਸਾ ਸੀ ਤਾਂ ਕੇਵਲ ਇਸ ਗੱਲ ਦਾ ਕਿ ਮਹਾਰਾਜਾ ਜੀ ਨੇ ਮਰਹੱਟਿਆਂ ਦੇ ਲਸ਼ਕਰ ਵਿੱਚ ਰਸਦ ਕਿਉਂ ਪਹੁੰਚਾਈ। ਇਸ ਸਮੇਂ ਸ਼ਰੀਕਾਂ ਦੀ ਵੀ ਚੜ੍ਹ ਮੱਚੀ। ਕੰਵਰ ਅਮਰ ਸਿੰਘ ਜੀ ਆਪਣੇ ਬਾਬਾ ਜੀ ਵੱਲ ਇਸ ਸਮੇਂ ਇਸ ਤਰ੍ਹਾਂ ਲਿਖਦੇ ਹਨ ਕਿ ਭਦੌੜ ਦਾ ਜੋ ਖਾਤਾ ਸੀ ਉਸਨੂੰ ਸੁਖੂ ਸਿੰਘ ਨੇ ਖੋਲ ਕੇ ਸਭ ਦਾਣਾ ਆਪਣੇ ਪਾਸ ਰੱਖ ਲਿਆ ਹੈ। ਮਾਨ ਸਿੰਘ ਬਠਿੰਡੇ ਤੋਂ ਕੁੱਤੀਵਾਲ ਵੱਲੋਂ ਅੰਨ ਦਾਣਾ ਆਉਣ ਨਹੀਂ ਦਿੰਦਾ, ਬੜੀ ਤੰਗੀ ਹੈ। ਘਰ ਦਾ ਕੰਮ ਕੀਕੁਨ ਤੁਰੇ, 3 ਦਿਨ ਤੋਂ ਘੋੜੇ ਨਿਰੇ ਦਾਣੇ ਤੋਂ ਬਿਨਾਂ ਖੜੇ ਹਨ, ਜੋ ਹੁਕਮ ਹੋਵੇ ਉਸ ਤਰ੍ਹਾਂ ਕੀਤਾ ਜਾਵੇ। ਇਹ ਉਹ ਸਮਾਂ ਹੈ ਜਦ ਮਹਾਰਾਜ ਜੀ ਮੂਨਕ ਬੈਠੇ ਆਉਣ ਵਾਲੀ ਆਫਤ ਦੀ ਉਡੀਕ ਕਰ ਰਹੇ ਸਨ। ਜਦ ਅਹਿਮਦ ਸ਼ਾਹ ਦਿੱਲੀੋਂ ਟੁਰਿਆ ਤਾਂ ਮਹਾਰਾਜ ਜੀ ਦੇ ਸੂਈਆਂ ਨੇ ਆਨ ਖਬਰਾਂ ਦੱਸੀਆਂ। ਮਾਈ ਫੱਤੋ ਜੀ ਤੇ ਕੰਵਰ ਅਮਰ ਸਿੰਘ ਜੀ ਇਸ ਵੇਲੇ ਤੱਕ ਬਰਨਾਲੇ ਹੀ ਸਨ। ਮਾਈ ਜੀ ਕੰਵਰ ਜੀ ਨੂੰ ਆਪਣੇ ਨਾਲ ਲੈ ਕੇ ਮੂਨਕ ਚਲੇ ਗਏ ਅਤੇ ਆਪਣੇ ਵੱਲੋਂ ਆਪਣੇ 4 ਐਲਕਾਰ ਭੋਲਾ ਸਿੰਘ, ਕਸ਼ਮੀਰਾ ਮੱਲ, ਕਾਣਾ ਮੱਲ ਤੇ ਭੀਰਮ ਢਿੱਲੋਂ ਅਹਿਮਦ ਸ਼ਾਹ ਵੱਲ ਘੱਲੇ ਕਿ ਕਿਸੇ ਤਰ੍ਹਾਂ ਆਪੋ ਵਿੱਚ ਸਫਾਈ ਹੋ ਜਾਵੇ। ਇਹ ਐਲਕਾਰ ਹਜੇ ਆਪਣੇ ਨਹੀਂ ਸਨ ਕਿ ਦੁਰਾਨੀਆਂ ਨੇ ਆ ਕੇ ਬਰਨਾਲੇ ਨੂੰ ਲੁੱਟ ਲਿਆ। ਬੀਰਮ ਢਿੱਲੋਂ ਬੜਾ ਸਿਆਣਾ ਤੇ ਮਹਾਰਾਜ ਜੀ ਦਾ ਇਤਬਾਰੀ ਐਲਕਾਰ ਸੀ ਅਤੇ ਇਸ ਸਮੇਂ ਤੋਂ 3 ਸਾਲ ਪਹਿਲ ਮਰਹੱਟੇ ਇੱਧਰ ਆਏ ਸਨ ਤਾਂ ਲੱਦਾ ਮੱਲ ਦੇ ਨਾਲ ਹੋ ਕੇ ਇਸਨੇ ਐਸਾ ਪ੍ਰਬੰਧ ਕੀਤਾ ਕਿ ਮਰਹੱਟਿਆਂ ਨੇ ਸਮਾਣੇ ਤੇ ਸੁਨਾਮ ਤੋਂ ਸਦਾ ਲਈ ਆਪਣਾ ਹੱਥ ਚੁੱਕ ਲਿਆ ਸੀ। ਇਸ ਸਮੇਂ ਵੀ ਇਸ ਦੀ ਤੇ ਭੋਲਾ ਸਿੰਘ ਦੀ ਚਤੁਰਾਈ ਨੇ ਕੰਮ ਕੀਤਾ ਤੇ ਇਹਨਾਂ ਨੇ ਅਹਿਮਦ ਸ਼ਾਹ ਨੂੰ 4 ਲੱਖ ਰੁਪਏ ਦੇ ਨਜ਼ਰਾਨੇ ਉੱਤੇ ਰਾਜ਼ੀ ਕਰ ਲਿਆ। ਇਸ ਸਮਝੌਤੇ ਤੋਂ ਮਗਰੋਂ ਮਹਾਰਾਜਾ ਜੀ ਨਜ਼ਰਾਨਾ ਲੈ ਕੇ ਸਰਹੰਦ ਹਾਜ਼ਰ ਹੋਏ ਅਤੇ ਆਪਣੇ ਸਾਰੇ ਇਲਾਕੇ ਸੰਬੰਧੀ ਆਖਰੀ ਫੈਸਲਾ ਕਰ ਆਏ। ਹੁਣ ਸਾਰੀ ਗੱਲ ਇਸ ਤਰ੍ਹਾਂ ਨਿਬੜੀ ਕਿ ਮਹਾਰਾਜ ਜੀ 726 ਪਿੰਡਾਂ ਦੇ ਮਾਲਕ ਮੰਨੇ ਗਏ ਅਤੇ ਆਪਣੇ ਸਿਰੋਂ ਸਰਹੰਦ ਦੇ ਸੂਬੇ ਦੀ ਈਨ ਚੁੱਕ ਕੇ ਕੁਝ ਕੁ ਟਕੇ ਬੰਨੇ ਗਏ ਜੋ ਆਪ ਨੂੰ ਹਰ ਸਾਲ ਦੇਣੇ ਹੁੰਦੇ। ਇਸ ਰਕਮ ਦਾ ਵਸੂਲ ਕਰਨਾ ਮਿਰਜ਼ਾ ਮੁਹੰਮਦ ਤਕੀ ਦੇ ਜ਼ਿੰਮੇ ਲਾਇਆ ਗਿਆ ਤੇ ਸਰਹੰਦ ਦੇ ਸੂਬੇ ਦੇ ਨਾਮ ਹੁਕਮ ਲਿਖਿਆ ਗਿਆ ਕਿ ਉਹ ਮਹਾਰਾਜ ਜੀ ਦੇ ਇਲਾਕੇ ਨੂੰ ਆਪਣੇ ਇਲਾਕੇ ਤੋਂ ਅੱਡ ਸਮਝੇ ਅਤੇ ਮਹਾਰਾਜ ਜੀ ਦੇ ਦੁਸ਼ਮਣਾਂ ਨੂੰ ਆਪਣੇ ਦੁਸ਼ਮਣ ਤੇ ਮਹਾਰਾਜ ਜੀ ਦੇ ਮਿੱਤਰਾਂ ਨੂੰ ਆਪਣੇ ਮਿੱਤਰ ਸਮਝੇ। ਜੇ ਕੋਈ ਮਹਾਰਾਜ ਜੀ ਨਾਲ ਦੁਸ਼ਮਣੀ ਕਰੇਗਾ ਉਹ ਮਾਨੋ ਸਰਕਾਰ ਨਾਲ ਦੁਸ਼ਮਣੀ ਕਰੇਗਾ। ਉਸ ਸਮੇਂ ਮਹਾਰਾਜ ਜੀ ਦਾ ਇਲਾਕਾ ਇਸ ਪ੍ਰਕਾਰ ਸੀ: 224 ਪਿੰਡ ਪਰਗਣਾ ਸੁਨਾਮ ਦੇ ਸਣੇ ਸੁਨਾਮ ਸ਼ਹਿਰ ਦੇ, 226 ਸਮਾਣੇ ਦੇ, 52 ਹਵੇਲੀ ਸਰਹੰਦ ਦੇ, 37 ਬਨੂੜ ਦੇ, 23 ਮਨਸੂਰਪੁਰ ਦੇ, 17 ਮਸੀਖਨ ਦੇ, 8 ਛੱਤ ਦੇ, 6 ਘੁੜਾਮ ਦੇ, 4 ਘੁੜਾਮ ਦੇ। ਹੁਣ ਸਰਹੰਦ ਦਾ ਫੌਜਦਾਰ ਜੈਨ ਖਾਂ ਹੋਇਆ ਤੇ ਲక్ష్ਮੀ ਨਰੈਣ ਤਲਵਾਨੀਆ, ਜਿਸ ਨੂੰ ਮਹਾਰਾਜ ਜੀ ਨੇ ਸਦੇਕ ਬੇਗ ਹੱਥੋਂ ਬਚਾਇਆ ਸੀ, ਜੈਨ ਖਾਂ ਦਾ ਦੀਵਾਨ ਹੋਇਆ। ਜਦ ਅਹਿਮਦ ਸ਼ਾਹ ਲਾਹੌਰੋਂ ਪਰੇ ਲੰਘ ਗਿਆ ਤਾਂ ਸਾਰੇ ਖਾਲਸਾ ਦਲ ਦਾ ਗੁੱਸਾ ਮਹਾਰਾਜਾ ਆਲਾ ਸਿੰਘ ਜੀ ਉੱਤੇ ਟੁੱਟਾ ਕਿ ਆਪ ਨੇ ਸਿੰਘ ਹੋ ਕੇ ਤੁਰਕ ਅੱਗੇ ਸਿਰ ਕਿਉਂ ਨਵਾਇਆ। ਸਤਿਗੁਰ ਤੋਂ ਬਿਨਾਂ ਦਲ ਹੋਰ ਕਿਸੇ ਨੂੰ ਪਾਤਸ਼ਾਹ ਨਹੀਂ ਮੰਨਦਾ ਸੀ ਅਤੇ ਸਿੰਘਾਂ ਦਾ ਭਰੋਸਾ ਸੀ ਕਿ ਸ਼੍ਰੀ ਦਸਮੇਸ਼ ਜੀ ਸਾਨੂੰ ਪਾਤਸ਼ਾਹੀ ਬਖਸ਼ ਗਏ ਹਨ, ਅਸਾਂ ਜ਼ਰੂਰ ਪਾਤਸ਼ਾਹੀ ਕਰਨੀ ਹੈ। ਤੁਰਕ ਅੱਗੇ ਨਿਉਣ ਨੂੰ ਮਰ ਜਾਣ ਨਾਲੋਂ ਬੁਰਾ ਸਮਝਿਆ ਜਾਂਦਾ ਸੀ, ਇਸ ਲਈ ਸਾਰਾ ਦਲ ਬਰਨਾਲੇ ਵੱਲ ਤੁਰ ਪਿਆ। ਦਲ ਵਿੱਚੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨਾਲ ਮਹਾਰਾਜ ਜੀ ਦਾ ਚੰਗਾ ਪ੍ਰੇਮ ਸੀ ਅਤੇ ਜਿਸ ਦਾ ਮੁੱਢ ਇਉਂ ਬੱਝਾ ਸੀ ਕਿ ਮਹਾਰਾਜ ਜੀ ਨੇ ਜਦ ਦਲ ਖਾਲਸਾ ਦੀ ਚੜ੍ਹਦੀ ਕਲਾ ਵੇਖੀ ਅਤੇ ਸਾਰੇ ਦਲ ਵਿੱਚੋਂ ਸਰਦਾਰ ਜੱਸਾ ਸਿੰਘ ਜੀ ਨੂੰ ਸ਼੍ਰੋਮਣੀ ਜਾਂਚਿਆਂ ਤਾਂ ਦੂਰ ਦੀ ਸਿਆਣਪ ਲੈ ਕੇ ਆਪ ਨੇ ਕੰਵਰ ਅਮਰ ਸਿੰਘ ਜੀ ਨੂੰ ਸਰਦਾਰ ਜੱਸਾ ਸਿੰਘ ਪਾਸੋਂ ਅੰਮ੍ਰਿਤਪਾਨ ਕਰਵਾਇਆ, ਜਿਸ ਕਰਕੇ ਸਰਦਾਰ ਜੱਸਾ ਸਿੰਘ ਜੀ ਕੰਵਰ ਜੀ ਨਾਲ ਪੁੱਤਰਾਂ ਵਰਗਾ ਪ੍ਰੇਮ ਕਰਨ ਲੱਗ ਪਏ। ਜੋ ਇਸ ਸਮੇਂ ਜਦ ਮਹਾਰਾਜ ਜੀ ਦੇ ਵਕੀਲ ਨੇ ਦਲ ਨੂੰ ਇਹ ਗੱਲ ਆਖੀ ਕਿ ਮਹਾਰਾਜ ਜੀ ਨੇ ਸਮਾਂ ਟਾਲਣ ਲਈ ਤੁਰਕ ਦੀ ਈਨ ਮੰਨੀ ਸੀ ਤਾਂ ਸਰਦਾਰ ਜੱਸਾ ਸਿੰਘ ਜੀ ਦੇ ਸਮਝਾਉਣ ਨਾਲ ਦਲ ਨੇ ਇਸ ਗੱਲ ਨੂੰ ਮੰਨ ਲਿਆ ਅਤੇ ਮਹਾਰਾਜ ਜੀ ਨੂੰ ਤਨਖਾਹ ਲਾ ਕੇ ਇਹ ਭੁੱਲ ਬਖਸ਼ ਦਿੱਤੀ।